ਮਹੀਨਾ ਤੇ ਸਾਰਾ ਹੀ ਸਮਾਂ ਅਕਾਲ ਪੁਰਖ ਵਾਹਿਗੁਰੂ ਬਹੁਤ ਜਨਮ ਵਿਛੜੇ ਤੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੀ ਦੀ ਦਾਤ ਬਖਸ਼ ਕੇ ਅੱਜ ਦਾ ਦਰਬਾਰ ਦਾ ਮੁੱਖ ਵਾਕ ਹੁਕਮਨਾਮਾ ਇਸ ਮੁਤਾਬਕ ਅਕਾਲ ਪੁਰਖ ਦੇ ਚਰਨਾਂ ਕਲਾਂ ਜੋੜੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਮਾਰੀ। ਹਮ ਨਾ ਸਕਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਠੀਕਰ ਫੂਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਠੀਕਰ ਫੂਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਸਤਿਗੁਰੂ ਨੇ ਆਪਣੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਨ ਵਾਸਤੇ ਇਹ ਸੁਭਾਗਿਆ ਸਮਾਂ ਸਾਡੀ ਝੋਲੀ ਵਿੱਚ ਪਾਇਆ ਹੈ। ਇਸ ਪਾਵਨ ਪਵਿੱਤਰ ਅਸਥਾਨ ਤੋਂ ਸੰਧਿਆ ਵੇਲੇ ਰੋਜ਼ਾਨਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਪ ਸਰਵਣ ਕਰਦੇ ਹੋ। ਬੀਤੇ ਦਿਨਾਂ ਦੇ ਵਿੱਚ ਸਰਵਣ ਕੀਤਾ ਕਿ ਜਿਸ ਵਕਤ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਭਾਰਤ ਦੇ ਉੱਤੇ ਅਤਿਆਚਾਰ ਕੀਤੇ, ਜ਼ਬਰੀ ਧਰਮ ਤਬਦੀਲ ਕਰਵਾਇਆ,
ਪੰਡਤਾਂ ਦੇ ਉੱਤੇ ਅਤਿਆਚਾਰ ਕੀਤੇ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਜਾ ਕੇ ਉਹਨਾਂ ਪੁਕਾਰ ਕੀਤੀ ਤੇ ਧੰਨ ਗੁਰੂ ਤੇਗ ਬਹਾਦਰ ਜੀ ਖੁਦ ਗ੍ਰਿਫਤਾਰੀ ਦੇ ਕਰਕੇ ਸਿਰ ਧੜ ਦੀ ਬਾਜੀ ਲਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਭਾਰਤ ਦੀ ਧਰਤੀ ਦੇ ਉੱਤੇ ਧਰਮ ਦੀ ਪੱਤ ਰੱਖੀ। ਖਾਲਸਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਐਸੇ ਦਿਆਲੂ ਕਿਰਪਾਲੂ ਸਤਿਗੁਰੂ ਨੇ ਕਿ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਕੋਈ ਮਾਇਆ ਮੰਗੇ, ਕੋਈ ਧਨ ਮੰਗੇ, ਕੋਈ ਪਰਿਵਾਰ ਦੇ ਸੁੱਖ ਮੰਗੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਰਨ ਦੇ ਵਿੱਚ ਆਏ ਹੋਏ ਸਿੱਖ ਨੂੰ ਮਾਇਆ ਵੀ ਦਿੰਦੇ ਨੇ, ਧਨ ਵੀ ਦਿੰਦੇ ਨੇ, ਪਰਿਵਾਰ ਦੇ ਸੁੱਖ ਵੀ ਦਿੰਦੇ ਨੇ। ਪਰ ਪਿਆਰਿਓ ਸਤਿਗੁਰੂ ਤੇ ਏਡਾ ਦਿਆਲੂ ਹੈ, ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਕੋਲੋਂ ਸਤਿਗੁਰੂ ਦਾ ਸਿਰ ਮੰਗ ਲਿਆ ਤੇ ਸੱਚੇ ਪਾਤਸ਼ਾਹ ਜੀ ਨੇ ਤਾਂ ਵੀ ਖਾਲੀ ਝੋਲੀ ਨਹੀਂ ਜਾਣ ਦਿੱਤੀ, ਸੱਚੇ ਪਾਤਸ਼ਾਹ ਨੇ ਆਪਣਾ ਸਿਰ ਵੀ ਦੇ ਦਿੱਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਤਨ ਵੀ ਕੁਰਬਾਨ ਕਰ ਦਿੱਤਾ। ਸੋ ਆਓ ਅੱਜ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਬਾਰੇ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਬਚਨ ਕੀਤੇ ਨੇ, ਉਹਨਾਂ ਦੇ ਸਰਵਣ ਕਰਨੇ ਹਨ ਅਤੇ ਵਿਚਾਰ ਕਰਨੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੀਏ, ਮਨੇ ਬਿਰਤਾਂ ਇਕਾਗਰ ਚਿਤ ਕਰਦੇ ਹੋਏ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਠੀਕਰ ਭੂਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ। ਚੌਜੀ ਪਿਆਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਬਚਿੱਤਰ ਨਾਟਕ, ਜਿਸ ਪਾਵਨ ਪਵਿੱਤਰ ਬਾਣੀ ਦੇ ਅੰਦਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਬਚਨ ਕੀਤੇ ਤੇ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਜੋ ਧੰਨ ਗੁਰੂ ਤੇਗ ਬਹਾਦਰ ਜੀ ਕਰਨੀ ਕਮਾ ਗਏ, ਸੰਸਾਰ ਦੇ ਤਖਤੇ ਤੇ ਨਾ ਕਿਸੇ ਨੇ ਕਮਾਈ ਹੈ ਤੇ ਨਾ ਹੀ ਕੋਈ ਕਮਾ ਸਕੇਗਾ, ਕਿਉਂਕਿ ਆਪਣੇ ਭਲੇ ਵਾਸਤੇ, ਆਪਣੇ ਪਰਿਵਾਰ ਦੇ ਸੁੱਖਾਂ ਵਾਸਤੇ ਤੇ ਹੋ ਸਕਦਾ ਹੈ ਕਿ ਸੱਜਣ ਕੋਈ ਨਾ ਕੋਈ ਦੁਨੀਆ ਦੇ ਤਖਤੇ ਤੇ ਸਿਰ ਧੜ ਦੀ ਬਾਜੀ ਲਾਵੇ, ਆਪਣੇ ਨਿੱਜੀ ਸਵਾਰਥ ਵਾਸਤੇ, ਆਪਣੇ ਪਰਿਵਾਰ ਦੇ ਭਲੇ ਵਾਸਤੇ ਤੇ ਕੋਈ ਕੁਰਬਾਨੀ ਕਰ ਸਕਦਾ ਹੈ। ਪਰ ਗੁਰੂ ਤੇਗ ਬਹਾਦਰ ਉਸ ਸ਼ਖਸੀਅਤ ਦਾ ਨਾਮ ਹੈ ਜਿਨ੍ਹਾਂ ਨੇ ਦੂਸਰਿਆਂ ਦੇ ਭਲੇ ਵਾਸਤੇ ਖਾਲਸਾ ਜੀ ਆਪਣੇ ਤਨ ਦੀ ਕੁਰਬਾਨੀ ਕੀਤੀ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਮ ਚਲਾਈ ਤੇ ਬਚਨ ਕੀਤੇ, ਠੀਕਰ ਫੋਰ ਦਲੀਸ ਸਿਰ। ਠੀਕਰ ਤੋਂ ਭਾਵ ਘੜਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣਾ ਸਰੀਰ ਰੂਪੀ ਘੜਾ ਭੰਨਿਆ, ਪਰ ਕਿੱਥੇ ਜਾ ਕੇ? ਠੀਕਰ ਫੋਰ ਦਲੀਸ ਸਿਰ। ਦਿੱਲੀ ਦੇ ਬਾਦਸ਼ਾਹ, ਉਸ ਜ਼ੁਲਮੀ ਝੂਠੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣਾ ਸਰੀਰ ਰੂਪੀ ਘੜਾ ਇਸ ਤਰ੍ਹਾਂ ਭੰਨਿਆ ਕਿ ਔਰੰਗਜ਼ੇਬ ਦਾ ਰਾਜ ਮਲੀਆ ਮੇਟ ਹੋ ਗਿਆ। ਔਰੰਗਜ਼ੇਬ ਦੇ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ ਤੇ ਸੱਚੇ ਪਾਤਸ਼ਾਹ ਨੇ ਸਰੀਰ ਰੂਪੀ ਘੜਾ ਭੰਨ ਕੇ ਪ੍ਰਭਪੁਰ ਕੀਆ ਪਿਆਨ। ਪ੍ਰਭਪੁਰ ਤੋਂ ਭਾਵ ਸੱਚਖੰਡ, ਉਹ ਨਿਰੰਕਾਰੀ ਦਰਗਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਦਾ ਵਾਸਤੇ ਉਸ ਪ੍ਰਭਪੁਰ ਤੋਂ ਭਾਵ ਨਿਹਚਲ ਤਖਤ ਦੇ ਉੱਤੇ, ਦਰਗਾਹੀ ਤਖਤ ਦੇ ਉੱਤੇ ਸੁਭਾਏਮਨ ਹੋ ਗਏ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ ਕਿ ਸਿੱਖੋ, ਜੋ ਕਰਨੀ ਧੰਨ ਗੁਰੂ ਤੇਗ ਬਹਾਦਰ ਜੀ ਨੇ ਇਸ ਸੰਸਾਰ ਦੇ ਤਖਤੇ ਤੇ ਕਮਾਈ, ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਸੰਸਾਰ ਦੇ ਤਖਤੇ ਦੇ ਉੱਤੇ ਇਹੋ ਜਿਹੀ ਕੁਰਬਾਨੀ ਕੋਈ ਹੋਰ ਦੇ ਨਹੀਂ ਸਕਿਆ ਤੇ ਨਾ ਹੀ ਖਾਲਸਾ ਜੀ ਕੋਈ ਦੇ ਸਕੇਗਾ ਕਿ ਜਿਸ ਗੁਰੂ ਦੇ ਸਾਹਮਣੇ ਉਹਦੇ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਪਰ ਉਸ ਵਕਤ ਵੀ ਸਤਿਗੁਰੂ ਡੋਲੇ ਨਹੀਂ। ਸਤਿਗੁਰੂ ਰਹਿਮਤਾਂ ਬਰਕਤਾਂ ਦੇ ਮਾਲਕ ਨੇ, ਪਰ ਫਿਰ ਵੀ ਦਿੱਲੀ ਦੇ ਝੂਠੇ ਬਾਦਸ਼ਾਹ ਨੂੰ ਪ੍ਰਭਾਵਿਤ ਕਰਨ ਵਾਸਤੇ ਕੋਈ ਕਰਾਮਾਤ ਨਹੀਂ ਵਿਖਾਈ।
ਤੇ ਖਾਲਸਾ ਜੀ ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚ ਕੈਦ ਕਰ ਦਿੱਤਾ, ਸੱਚੇ ਪਾਤਸ਼ਾਹ ਦੇ ਸਿੱਖਾਂ ਨੂੰ ਤਸੀਹੇ ਦਿੱਤੇ ਜਾ ਰਹੇ ਸੀ ਤੇ ਸੱਚੇ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲ ਰਿਹਾ ਸੀ। ਭਾਈ ਦਿਆਲੇ ਨੂੰ ਦੇਗ ਵਿੱਚ ਉਬਾਲਿਆ ਗਿਆ। ਭਾਈ ਸਤੀ ਦਾਸ ਜੀ ਨੂੰ ਖਾਲਸਾ ਜੀ ਰੂਹ ਵਿੱਚ ਬਣ ਕੇ ਸਾੜਿਆ ਗਿਆ। ਉਸ ਵਕਤ ਸਿੱਖਾਂ ਦੇ ਮਨ ਦੀ ਭਾਵਨਾ ਕਿੰਨੀ ਕਿ ਮਹਾਨ ਹੋਵੇਗੀ ਕਿ ਸਾਹਮਣੇ ਗੁਰੂ ਦੀਦਾਰੇ ਦੇ ਰਿਹਾ ਹੈ। ਤਨ ਦੇ ਉੱਤੇ ਇਤਨਾ ਭਾਰੀ ਦੁੱਖ ਵੀ ਆਇਆ ਹੈ, ਪਰ ਖਾਲਸਾ ਜੀ ਸਿੱਖਾਂ ਦੇ ਉੱਤੇ ਦੁੱਖਾਂ ਦਾ ਪ੍ਰਭਾਵ ਨਹੀਂ ਪਿਆ। ਉਹਨਾਂ ਨੇ ਆਰਾ ਤੇ ਕਬੂਲ ਕਰ ਲਿਆ, ਪਰ ਗੁਰੂ ਤੋਂ ਬੇਮੁਖ ਨਹੀਂ ਹੋਏ, ਸਿੱਖੀ ਦਾ ਰਾਹ ਨਹੀਂ ਛੱਡਿਆ। ਤੇ ਉਸ ਵਕਤ ਸਿੱਖ ਕਹਿ ਰਹੇ ਸਨ ਕਿ ਪਾਤਸ਼ਾਹ ਪੰਜਵੇਂ ਜਾਮੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਸ਼ਹੀਦੀ ਪਾਈ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਪੂਰਨੇ ਪਾਏ ਕਿ ਧਰਮ ਵਾਸਤੇ, ਸੰਸਾਰ ਦੇ ਭਲੇ ਵਾਸਤੇ ਜੇ ਤਨ ਵੀ ਕੁਰਬਾਨ ਕਰਨਾ ਪੈ ਜਾਵੇ ਤੇ ਸਿੱਖ ਕਦੇ ਦੇਰੀ ਨਾ ਲਾਵੇ। ਕਹਿੰਦੇ ਉਦੋਂ ਪੰਜਵੇਂ ਜਾਮੇ ਵਿੱਚ ਗੁਰੂ ਨੇ ਸ਼ਹੀਦੀ ਪਾਈ ਤੇ ਸਿੱਖ ਖੜ ਕੇ ਵੇਖ ਰਹੇ ਸਨ। ਅੱਜ ਸਿੱਖ ਸ਼ਹੀਦੀ ਪਾ ਰਹੇ ਨੇ ਤੇ ਸਾਹਮਣੇ ਗੁਰੂ ਬੈਠ ਕੇ ਵੇਖ ਰਿਹਾ। ਭਾਵ ਜੋ ਪੰਜਵੇਂ ਜਾਮੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਿੱਖਿਆ ਦਿੱਤੀ ਸ਼ਹਾਦਤ ਦੀ, ਖਾਲਸਾ ਜੀ ਨੌਵੇਂ ਜਾਮੇ ਦੇ ਵਿੱਚ ਗੁਰੂ ਨੇ ਪਰਖ ਕਰਕੇ ਵੇਖਿਆ ਕਿ ਸਿੱਖ ਕੁਰਬਾਨੀਆਂ ਵਾਸਤੇ ਕਿੰਨੇ ਕੇ ਤਿਆਰ ਨੇ। ਸੋ ਇਹ ਸੱਚੇ ਪਾਤਸ਼ਾਹ ਦੇ ਚੌਜ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੋ ਕਰਨੀ ਧੰਨ ਗੁਰੂ ਤੇਗ ਬਹਾਦਰ ਜੀ ਕਮਾ ਕੇ ਗਏ। ਸੰਸਾਰ ਦੇ ਤਖਤੇ ਤੇ ਨਾ ਕਿਸੇ ਤੋਂ ਕਮਾਈ ਗਈ ਹੈ ਤੇ ਨਾ ਹੀ ਕੋਈ ਕਮਾ ਸਕੇਗਾ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੁਣ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਨ ਪਰਉਪਕਾਰੀ ਸਤਿਗੁਰੂ ਨੇ, ਜਿਨ੍ਹਾਂ ਨੇ ਗਰੀਬਾਂ ਲੋੜਵੰਦਾਂ ਦੀ ਬਾਹ ਪਕੜੀ ਹੈ, ਜਿਨ੍ਹਾਂ ਨੇ ਸੰਸਾਰ ਦੇ ਦੁੱਖ ਕੱਟੇ ਨੇ, ਜਿਨ੍ਹਾਂ ਨੇ ਸੰਸਾਰ ਦਾ ਭਲਾ ਕੀਤਾ ਹੈ ਤੇ ਖਾਲਸਾ ਜੀ ਅੱਜ ਵੀ ਕਰ ਰਹੇ ਨੇ। ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਜੁਦਾ ਹੋਇਆ, ਸੱਚੇ ਪਾਤਸ਼ਾਹ ਕਹਿੰਦੇ ਤੇਗ ਬਹਾਦਰ ਕੇ ਚਲਤ। ਧੰਨ ਗੁਰੂ ਤੇਗ ਬਹਾਦਰ ਜੀ ਤੇ ਕੁਰਬਾਨੀ ਕਰਕੇ ਬਾਦਸ਼ਾਹ ਦਰਵੇਸ਼ ਸਤਿਗੁਰੂ ਦੀ ਤਰ੍ਹਾਂ ਸੱਚਖੰਡ ਨੂੰ ਚੱਲਦੇ ਆ, ਪਰ ਕਹਿੰਦੇ ਸੰਸਾਰ ਦੇ ਲੋਕਾਂ ਦੇ ਵਿੱਚ ਸ਼ੋਕ ਹੋ ਗਿਆ, ਭਾਵ ਕਿ ਸੋਗ ਛਾ ਗਿਆ। ਕਿਉਂਕਿ ਅਸੀਂ ਦੁਨੀਆ ਵਿੱਚ ਰਹਿਣ ਵਾਲੇ ਆ, ਸੰਸਾਰ ਵਿੱਚ ਰਹਿਣ ਵਾਲੇ ਆ। ਅਸੀਂ ਬਾਹਰੋਂ ਵੇਖਦੇ ਆ ਕਿ ਸ਼ਾਇਦ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਜੁਦਾ ਹੋਇਆ, ਹੁਣ ਦੁਬਾਰਾ ਦਰਸ਼ਨ ਨਹੀਂ ਹੋਣਗੇ, ਦੀਦਾਰੇ ਨਹੀਂ ਹੋਣਗੇ। ਪਰ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰੂ ਸ਼ਰੀਰ ਕਰਕੇ ਭਾਵੇਂ ਨਜ਼ਰ ਨਾ ਆਵੇ, ਪਰ ਸਿੱਖ ਜੇ ਭਾਵਨਾ ਨਾਲ ਇੱਕ ਵਾਰ ਵੀ ਗੁਰੂ ਨੂੰ ਆਵਾਜ਼ ਲਾਵੇ, ਗੁਰੂ ਨੂੰ ਚੇਤੇ ਕਰੇ, ਸਿੱਖ ਭਾਵੇਂ ਦੁਨੀਆ ਦੇ ਜਿਸ ਮਰਜ਼ੀ ਕੋਨੇ ਤੇ ਹੋਵੇ, ਗੁਰੂ ਤੇਗ ਬਹਾਦਰ ਜੀ ਅੱਜ ਵੀ ਮੋਢੇ ਨਾਲ ਮੋਢਾ ਲਾ ਕੇ ਖੜ ਜਾਣਗੇ। ਪਰ ਗੁਰੂ ਤੇਗ ਬਹਾਦਰ ਜੀ ਨੂੰ ਆਵਾਜ਼ ਲਾਉਣ ਦੀ ਜਾਚ ਹੋਣੀ ਚਾਹੀਦੀ ਹੈ, ਪੁਕਾਰਨ ਦੀ ਜਾਚ ਹੋਣੀ ਚਾਹੀਦੀ ਹੈ। ਜੇ ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਭਾਵੇਂ ਕਿਸੇ ਦੇ ਮਨ ਵਿੱਚ ਇਹ ਭੁਲੇਖਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਤੇ ਕੇਵਲ ਇੱਕ ਗ੍ਰੰਥ ਨੇ, ਪਰ ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛੀਏ ਤੇ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਗ੍ਰੰਥ ਨਹੀਂ, ਆਪਨ ਪਉ ਸ੍ਰੀ ਖਾਲਸੇ ਸੌਂਪਾ ਦੁੱਤੇ ਰੂਪ ਸਤਿਗੁਰੂ ਗ੍ਰੰਥਾ। ਸਿੱਖੋ ਜਿਸ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਦਾ ਹਾਜ਼ਰ ਨਾਜ਼ਰ ਰਹਿੰਦੇ ਨੇ। ਜਿਸ ਥਾਂ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਉੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਹਾਜ਼ਰ ਨੇ। ਸਮੁੱਚੀਆਂ ਸ਼ਹੀਦ ਸਿੰਘਾਂ ਦੀਆਂ ਫੌਜਾਂ ਹਾਜ਼ਰ ਨੇ, ਕਿਉਂਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਇਸ ਕਰਕੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰੀਏ, ਇਹ ਭਾਵਨਾ ਮਨ ਵਿੱਚ ਰੱਖੀਏ ਕਿ ਜਿਵੇਂ ਕਦੇ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਦੇ ਦੀਦਾਰੇ ਕੀਤੇ, ਅੱਜ ਉਹੀ ਜੋਤ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰਨੇ ਨੇ। ਜਿਵੇਂ ਧੰਨ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ, ਜੋਤ ਉਹੀ ਹੈ ਖਾਲਸਾ ਜੀ, ਬਸ ਵੇਖਣ ਦਾ ਨਜ਼ਰੀਆ ਚਾਹੀਦਾ ਹੈ, ਭਾਵਨਾ ਨਾਲ ਵੇਖੇ ਤੇ ਅੱਜ ਵੀ ਗੁਰੂ ਦੀ ਜੋਤ ਨਜ਼ਰ ਆਉਂਦੀ ਹੈ।
ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਦੋਂ ਸਿਰ ਧੜ ਤੋਂ ਜੁਦਾ ਹੋਇਆ ਲੋਕਾਂ ਵਿੱਚ ਸੋਗ ਛਾ ਗਿਆ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਧਰਤੀ ਤੇ ਸਿਰ ਧੜ ਤੋਂ ਜੁਦਾ ਹੋਇਆ, ਜਿਸ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਨੂੰ ਖਤਮ ਕਰਨਾ ਚਾਹੁੰਦੇ ਸੀ, ਉਸੇ ਦਿੱਲੀ ਦੀ ਧਰਤੀ ਦੇ ਉੱਤੇ ਅੱਜ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚੌਂਕੜਾ ਲਾ ਕਰਕੇ ਸਿੱਖਾਂ ਦੀਆਂ ਝੋਲੀਆਂ ਭਰ ਰਹੇ ਨੇ, ਰਹਿਮਤਾਂ ਬਖਸ਼ਿਸ਼ਾਂ ਵਰਤਾ ਰਹੇ ਨੇ। ਹੈ ਸਭ ਜਗ ਭਿਓ, ਜੈ 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 ਸੁਰ ਲੋਕ। ਹੈ ਸਭ ਜਗ ਭਇਓ। ਕੁਝ ਵਿਦਵਾਨਾਂ ਨੇ ਅਰਥ ਕੀਤੇ ਕਿ ਸੰਸਾਰ ਦੇ ਲੋਕਾਂ ਵਿੱਚ ਹਾਹਾਕਾਰ ਮਚ ਗਈ, ਲੋਕ ਹਾਏ ਹਾਏ ਕਹਿ ਕੇ ਕੁਰਲਾ ਉੱਠੇ ਤੇ ਸੱਚਖੰਡ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਜੈ ਜੈਕਾਰ ਹੋਈ। ਪਰ ਜੇ ਭਾਵਨਾ ਨਾਲ ਥੋੜਾ ਹੋਰ ਅਨੁਭਵ ਕਰੀਏ, ਖਾਲਸਾ ਜੀ, ਜਦੋਂ ਬੰਦਾ ਦੁਖੀ ਹੋਵੇ ਨਾ ਤੇ ਸੰਸਾਰ ਵਿੱਚ ਕੋਈ ਰਸਤਾ ਨਜ਼ਰ ਨਾ ਆਉਂਦਾ ਹੋਵੇ, ਕੋਈ ਪਰੇਸ਼ਾਨੀ ਬਣ ਜਾਵੇ, ਵਿਪਤਾ ਬਣ ਜਾਵੇ, ਤੇ ਉਸ ਦੁੱਖਾਂ ਭਰੇ ਸਮੇਂ ਵਿੱਚ ਕੋਈ ਸਾਡੀ ਬਾਹ ਪਕੜ ਲਵੇ ਤੇ ਆਪਾਂ ਛਾਤੀ ਤੇ ਹੱਥ ਧਰ ਕੇ ਕਹਿੰਨੇ ਆ ਕਿ ਹਾਂ, ਹੁਣ ਕੋਈ ਹੈ ਜਿਹੜਾ ਮੈਨੂੰ ਵਿਪਤਾ ਦੇ ਮੁਸ਼ਕਲਾਂ ਦੇ ਸਮੇਂ ਦੇ ਵਿੱਚੋਂ ਕੱਢ ਸਕਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ ਤੇ ਸੰਸਾਰ ਦੇ ਲੋਕ ਸੱਚਮੁੱਚ ਕਹਿ ਉੱਠੇ ਵੀ ਹਾਂ, ਹੁਣ ਦੁਨੀਆ ਦੇ ਤਖਤੇ ਦੇ ਉੱਤੇ ਉਹ ਪਰਉਪਕਾਰੀ ਸਤਿਗੁਰੂ ਹੈ ਜਿਹੜਾ ਸੰਸਾਰ ਦੇ ਭਲੇ ਵਾਸਤੇ ਆਪਣੇ ਤਨ ਨੂੰ ਵੀ ਕੁਰਬਾਨ ਕਰ ਸਕਦਾ ਹੈ। ਤੇ 3 ਵਾਰ ਗੁਰੂ ਤੇਗ ਬਹਾਦਰ ਜੀ ਪ੍ਰਤੀ ਸ਼ਬਦ ਵਰਤੇ, ਹੈ ਸਭ ਜਗ ਭਇਓ, ਭਾਵ ਕਿ ਭਾਵੇਂ ਸਰੀਰ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਖਤਮ ਕਰਨਾ ਚਾਹਿਆ, ਸਰੀਰ ਕਰਕੇ ਨਜ਼ਰ ਨਾ ਆ ਰਹੇ ਹੋਣ, ਪਰ ਭਾਵਨਾ ਨਾਲ ਦੀਦਾਰੇ ਕਰਿਓ, ਗੁਰੂ ਤੇਗ ਬਹਾਦਰ ਅੱਜ ਵੀ ਹੈ। ਤੇ ਜਿਹੜਾ ਅੱਜ ਵੀ ਭਾਵਨਾ ਨਾਲ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਅਰਦਾਸ ਕਰੇਗਾ, ਉਹਦੀ ਪੁਕਾਰ ਸੁਣਨ ਵਾਸਤੇ ਗੁਰੂ ਤੇਗ ਬਹਾਦਰ ਅੱਜ ਵੀ ਹੈ ਤੋਂ ਭਾਵ ਕਿ ਸਦਾ ਵਾਸਤੇ ਹੈ। ਜਿਵੇਂ ਆਪਾਂ ਮੂਲ ਮੰਤਰ ਦੇ ਵਿੱਚ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਹੈ ਭੀ ਤੋਂ ਭਾਵ ਕਿ ਸਦਾ ਵਾਸਤੇ ਹੈ, ਕਦੇ ਸਾਡੇ ਤੋਂ ਦੂਰ ਨਹੀਂ ਹੁੰਦਾ ਪ੍ਰਮਾਤਮਾ। ਨਾਨਕ ਹੋਸੀ ਭੀ ਸੱਚ। ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਵੀ ਸਦਾ ਵਾਸਤੇ ਸਾਡੀ ਬਾਹ ਪਕੜਨ ਵਾਸਤੇ ਸੰਸਾਰ ਤੇ ਮੌਜੂਦ ਨੇ। ਤੇ ਦੂਸਰਾ ਜੈ 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 ਸੁਰ ਲੋਕ, ਕਹਿੰਦੇ ਸੰਸਾਰ ਤੇ ਹੀ ਨਹੀਂ ਬਲਕਿ ਲੋਕ ਪਰਲੋਕ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਹੋ ਉਠੀ ਕਿ ਸੱਚੇ ਪਾਤਸ਼ਾਹ ਨੇ ਇੱਕ ਦੂਸਰੇ ਧਰਮ ਦੀ ਰਾਖੀ ਵਾਸਤੇ, ਮਜ਼ਲੂਮਾਂ ਦੀ ਰਾਖੀ ਵਾਸਤੇ, ਜ਼ੁਲਮ ਨੂੰ ਠੱਲ ਪਾਉਣ ਵਾਸਤੇ ਮਹਾਰਾਜ ਨੇ ਆਪਣਾ ਸਰੀਰ ਰੂਪੀ ਘੜਾ ਜ਼ੁਲਮੀ ਔਰੰਗੇ ਬਾਦਸ਼ਾਹ ਦੇ ਸਿਰ ਤੇ ਭੰਨਿਆ ਹੈ। ਦੋਹਰਾ ਐਸ ਚਰਿਤ ਸਤਿਗੁਰ ਕੀਓ, ਤੋ ਭਿਓ ਤੁਰਕ ਪਛੇਮਾਨ। ਕਹਿੰਦੇ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ, ਮਹਾਰਾਜ ਜੀ ਨੇ ਤਨ ਦੀ ਕੁਰਬਾਨੀ ਕੀਤੀ। ਜਿਹੜਾ ਜ਼ੁਲਮੀ ਔਰੰਗਾ ਬਾਦਸ਼ਾਹ ਸੋਚਦਾ ਸੀ ਕਿ ਕੁਝ ਪਲਾਂ ਦੇ ਵਿੱਚ ਮੈਂ ਗੁਰੂ ਤੇਗ ਬਹਾਦਰ ਨੂੰ ਦੀਨੇ ਮਜ਼ਹਬ ਕਬੂਲ ਕਰਕੇ ਪੂਰੇ ਭਾਰਤ ਨੂੰ ਗੁਲਾਮ ਬਣਾ ਦਿਆਂਗਾ, ਇੱਕ ਮਜ਼ਹਬ ਰੱਖਾਂਗਾ, ਪਰ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਤਨ ਦੀ ਕੁਰਬਾਨੀ ਕਰਕੇ ਵੀ ਸਿਦਕ ਨਹੀਂ ਛੱਡਿਆ, ਸਿਰ ਦੇ ਦਿੱਤਾ, ਸਿਦਰ ਨਹੀਂ ਛੱਡਿਆ ਖਾਲਸਾ ਜੀ, ਉਸ ਵਕਤ ਸਮੁੱਚੀ ਮੁਗਲ ਸਲਤਨਤ, ਮੁਗਲ ਹਕੂਮਤ, ਔਰੰਗਾ ਬਾਦਸ਼ਾਹ ਉਹ ਬੜਾ ਪਰੇਸ਼ਾਨ ਹੋਇਆ, ਭਾਜੜਾਂ ਪੈ ਗਈਆਂ ਕਿ ਜੋ ਸੋਚਿਆ ਸੀ ਉਸ ਤਰ੍ਹਾਂ ਨਹੀਂ, ਬਲਕਿ ਗੁਰੂ ਤੇਗ ਬਹਾਦਰ ਨੇ ਇੱਕ ਵੱਖਰਾ ਹੀ, ਇੱਕ ਨਿਆਰਾ ਹੀ ਕਰਮ ਕਰ ਦਿੱਤਾ। ਨੋ ਰੰਗੋ ਤਬ ਝੂਰਿਓ, ਹਮ ਸਕੇ ਨਾ ਚਰਿਤਰ ਪਛਾਨਾ। ਤੇ ਔਰੰਗਾ ਬਾਦਸ਼ਾਹ ਔਰੰਗਜ਼ੇਬ ਮਨ ਦੇ ਵਿੱਚ ਝੂਰਨ ਲੱਗ ਪਿਆ, ਭਾਵ ਦੁਖੀ ਵੀ ਹੋਇਆ, ਚਿੰਤਤ ਵੀ ਹੋਇਆ ਕਿ ਮੈਂ ਜੋ ਸੋਚਿਆ ਸੀ ਉਸ ਤਰ੍ਹਾਂ ਹੋਇਆ ਨਹੀਂ, ਬਲਕਿ ਇਹ ਤੇ ਬੜਾ ਵੱਡਾ ਕਾਰਾ ਹੋ ਗਿਆ, ਬੜਾ ਵੱਡਾ ਕੋਤਕ ਵਾਪਰ ਗਿਆ। ਤੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵੇਖ ਕੇ ਇੱਕ ਵਾਰ ਮਨ 'ਚ ਸੋਚਣ ਲੱਗਾ ਕਿ ਮੈਂ ਇਸ ਗੁਰੂ ਨੂੰ, ਇਸ ਪੀਰ ਨੂੰ, ਇਸ ਮੁਰਸ਼ਦ ਨੂੰ ਪਛਾਣਨ ਦੇ ਵਿੱਚ ਦੇਰੀ ਕਰ ਦਿੱਤੀ, ਇਹ ਤੇ ਕੋਈ ਖੁਦਾ ਦਾ ਰੂਪ ਹੈ।
ਭਾਵ ਔਰੰਗਾ ਬਾਦਸ਼ਾਹ ਵੀ ਇੱਕ ਵਾਰ ਠਠੰਬਰ ਗਿਆ ਜਦੋਂ ਖਾਲਸਾ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਨ ਦੀ ਕੁਰਬਾਨੀ ਕੀਤੀ। ਚੋਪਈ ਨੌਰੰਗੇ ਦਿਲ ਖੋਫ ਬਹੁ ਠਟਿਓ। ਹੁਣ ਜਦੋਂ ਔਰੰਗਾ ਬਾਦਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਦੇ ਸਿਰ ਤੇ ਜ਼ੁਲਮੀ ਤਲਵਾਰ ਚਲਾਉਂਦਾ ਹੈ, ਉਸ ਤੋਂ ਬਾਅਦ ਆਪਣੇ ਮਹਿਲਾਂ ਨੂੰ ਪਰਤਦਾ ਹੈ ਖਾਲਸਾ ਜੀ, ਤੇ ਮਹਿਲਾਂ ਦੀ ਕੰਧਾਂ ਦੇ ਵਿੱਚੋਂ ਵੀ ਭੈ ਆਉਂਦਾ ਹੈ, ਡਰ ਆਉਂਦਾ ਹੈ, ਕਿਉਂਕਿ ਉਸੇ ਔਰੰਗੇ ਬਾਦਸ਼ਾਹ ਦੀ ਅੱਖਾਂ ਵਿੱਚ ਅੱਖਾਂ ਪਾ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਔਰੰਗਿਆ ਮੇਰਾ ਸਿਰ ਧੜ ਤੋਂ ਜੁਦਾ ਹੋਵੇਗਾ, ਪਰ ਚੇਤੇ ਰੱਖੀ ਜਿਹੜੀ ਤੇਰੀ ਤਲਵਾਰ ਜ਼ੁਲਮ ਕਰਦੀ ਹੈ, ਜਦੋਂ ਮੇਰੇ ਸਿਰ ਨੂੰ ਤੇਰੀ ਤਲਵਾਰ ਛੂਏਗੀ ਦੁਬਾਰਾ ਜ਼ੁਲਮਾਂ ਵਾਸਤੇ ਉੱਠੇਗੀ ਨਹੀਂ। ਤੇ ਦੂਸਰਾ, ਰੱਬ ਦੀ ਦਰਗਾਹ ਵਿੱਚ ਤੈਨੂੰ ਪੁੱਠਾ ਟੰਗ ਕੇ ਤੇਰੇ ਤੋਂ ਲੇਖਾ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਦਿਲ ਦੇ ਵਿੱਚ ਮਨ ਦੇ ਵਿੱਚ ਖੌਫ ਵੀ ਰੱਖਦਾ ਹੈ। ਖਾਲਸਾ ਜੀ ਹਕੂਮਤਾਂ ਮੌਕੇ ਦੇ ਬਾਦਸ਼ਾਹ ਭਾਵੇਂ ਜਿਤਨਾ ਮਰਜ਼ੀ ਅਤਿਆਚਾਰ ਕਰਨ, ਜ਼ੁਲਮ ਕਰਨ, ਪਰ ਸੱਚ ਹੈ ਅੰਦਰੋਂ ਮਨ ਦੇ ਵਿੱਚ ਖੌਫ ਜ਼ਰੂਰ ਰਹਿੰਦਾ ਹੈ, ਕਿਉਂਕਿ ਜੋ ਖੁਦਾ ਹੈ, ਜੋ ਪ੍ਰਮਾਤਮਾ ਹੈ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਖਾਲਸਾ ਜੀ ਮੋਹ ਕਾਲ ਹੈ ਦੋਜਕ ਚਾਲਿਆ। ਜ਼ੁਲਮੀ ਬਾਦਸ਼ਾਹਾਂ ਨੂੰ, ਝੂਠਿਆਂ ਨੂੰ, ਕੁਕਰਮੀਆਂ ਨੂੰ ਮੂੰਹ ਕਾਲਾ ਕਰਕੇ ਰੱਬ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਹੈ। ਇਸ ਕਰਕੇ ਪ੍ਰਮਾਤਮਾ ਦਾ ਭੈ ਸਦਾ ਵਾਸਤੇ ਮਨ ਵਿੱਚ ਰਹਿੰਦਾ, ਜਿਹੜਾ ਬੰਦਾ ਦੁਨੀਆ ਤੇ ਜ਼ੁਲਮ ਕਰਦਾ ਹੈ। ਹਿੰਦੂਆਂ ਨੇ ਜ਼ੁਲਮ ਕਰਨ ਤੇ ਹਟਿਓ। ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਦੀ ਤਨ ਦੀ ਕੁਰਬਾਨੀ ਹੋ ਗਈ, ਕਹਿੰਦੇ ਉਹਨੇ ਹਿੰਦੂਆਂ ਦੇ ਉੱਤੇ ਜ਼ੁਲਮ ਕਰਨੇ ਘੱਟ ਕਰ ਦਿੱਤੇ, ਉਹਨਾਂ ਦੇ ਉੱਤੇ ਠੰਡ ਪੈ ਗਈ, ਦੁਬਾਰਾ ਹਿੰਦੂਆਂ ਉੱਤੇ ਜ਼ਬਰੀ ਧਰਮ ਤਬਦੀਲ ਕਰਨ ਦੇ ਹੁਕਮ ਸੌਂਪੇ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਰੁਕ ਗਿਆ। ਤੇਰੀ ਤੇਰੀ ਹੈ ਗਈ ਸਾਰੇ। ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਐਸੀ ਕੁਰਬਾਨੀ ਕੀਤੀ ਕਿ ਮਨ ਦੇ ਵਿੱਚ ਖੌਫ ਖਾ ਕਰਕੇ ਆਪਣੇ ਜ਼ੁਲਮਾਂ ਤੋਂ ਪਿੱਛੇ ਹੋ ਗਿਆ। ਭਈ ਮਾਲਕ ਦੇ ਦੁਆਰ ਪੁਕਾਰੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਇਨ੍ਹਾਂ ਮਜ਼ਲੂਮਾਂ ਦੀ ਪੁਕਾਰ ਸੁਣੀ ਗਈ। ਧੰਨ ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦੀ ਤੇ ਜ਼ੁਲਮ ਦੀ ਚੱਕੀ ਵਿੱਚ ਪੀਸੇ ਜਾ ਰਹੇ ਲੋਕਾਂ ਦੀ ਪੁਕਾਰ ਸੁਣ ਲਈ। ਦੋਹਰਾ ਪਰੀ ਪੁਕਾਰ ਦਰਬਾਰ ਸੱਚ ਮਾਲਕ ਕੀਓ ਵਿਚਾਰ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੱਚੇ ਦਰਬਾਰ ਦੇ ਵਿੱਚ ਜਦੋਂ ਪੁਕਾਰ ਸੁਣੀ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ, ਸਤਿਗੁਰੂ ਨੇ ਮਨ ਵਿੱਚ ਸਿੱਖਾਂ ਪ੍ਰਤੀ, ਮਜ਼ਲੂਮਾਂ ਪ੍ਰਤੀ, ਲੋੜਵੰਦਾਂ ਪ੍ਰਤੀ ਵਿਚਾਰ ਕੀਤੀ। ਪੀਰ ਪੈਗੰਬਰ ਤੁਰਕ ਕੇ ਦਰਬਾਰੋ ਦਇ ਨਿਕਾਰ। ਕਹਿੰਦੇ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਤੇ ਅਤਿਆਚਾਰ ਹੋਇਆ, ਸੱਚੇ ਪਾਤਸ਼ਾਹ ਦਾ ਸਿਰ ਧੜ ਤੋਂ ਜੁਦਾ ਹੋਇਆ ਤੇ ਰੱਬ ਦੀ ਦਰਗਾਹ ਦੇ ਵਿੱਚ, ਅਕਾਲ ਪੁਰਖ ਦੀ ਦਰਗਾਹ ਵਿੱਚ, ਕਹਿੰਦੇ ਤੁਰਕਾਂ ਨੂੰ, ਮੁਗਲ ਹਕੂਮਤਾਂ ਦੇ ਬਾਦਸ਼ਾਹਾਂ ਨੂੰ ਤੇ ਪੀਰਾਂ ਫਕੀਰਾਂ ਨੂੰ ਖਾਲਸਾ ਜੀ ਦਰਗਾਹ ਦੇ ਵਿੱਚੋਂ ਧੱਕਿਆ ਗਿਆ, ਦਰਗਾਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਕਿ ਖੁਦਾ ਦੇ ਰੂਪ ਉੱਤੇ ਇਤਨਾ ਅਤਿਆਚਾਰ ਹੋ ਰਿਹਾ ਹੋਵੇ ਤੇ ਫਿਰ ਵੀ ਸੰਸਾਰ ਤੇ ਜੋ ਧਰਮੀ ਲੋਕ ਨੇ ਚੁੱਪ ਕਰਕੇ ਕਲਯੁਗ ਦਾ ਤਮਾਸ਼ਾ ਵੇਖ ਰਹੇ ਹੋਣ ਤੇ ਧਰਮੀਆਂ ਵਾਸਤੇ ਚੰਗੀ ਗੱਲ ਨਹੀਂ। ਕਿਉਂਕਿ ਸੰਸਾਰ ਤੇ ਧਰਮ ਦੀ ਸਥਾਪਨਾ ਤਾਂ ਹੁੰਦੀ ਹੈ, ਧਰਮ ਬੁਰਾਈ ਦਾ ਟਾਕਰਾ ਕਰਦਾ ਹੈ, ਧਰਮ ਪਾਪ ਦਾ ਟਾਕਰਾ ਕਰਦਾ ਹੈ, ਸੱਚ ਝੂਠ ਦਾ ਮੁਕਾਬਲਾ ਕਰਦਾ ਹੈ। ਪਰ ਜੇ ਝੂਠ ਨੂੰ ਵੇਖ ਕੇ ਸੱਚ ਖਾਮੋਸ਼ ਹੋ ਜਾਵੇ ਤੇ ਉਸ ਤੋਂ ਵੱਡਾ ਪਾਪ ਕੋਈ ਨਹੀਂ ਹੁੰਦਾ। ਜੇ ਸਾਹਮਣੇ ਜ਼ੁਲਮ ਹੋ ਰਿਹਾ ਹੋਵੇ ਤੇ ਜ਼ੁਲਮ ਹੁੰਦੇ ਹੋਏ ਨੂੰ ਵੇਖ ਕੇ ਧਰਮੀ ਬੰਦਾ ਅੱਖਾਂ ਬੰਦ ਕਰ ਲਵੇ ਤੇ ਉਸ ਤੋਂ ਵੱਡਾ ਪਾਪ ਕੋਈ ਨਹੀਂ ਹੁੰਦਾ। ਕਹਿੰਦੇ ਰੱਬ ਦੀ ਦਰਗਾਹ ਦੇ ਵਿੱਚੋਂ ਉਹਨਾਂ ਧਰਮੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਜਿਨ੍ਹਾਂ ਸਾਹਮਣੇ ਐਸਾ ਜ਼ੁਲਮ ਹੋਇਆ, ਪਰ ਫਿਰ ਵੀ ਖਾਮੋਸ਼ ਰਹੇ। ਚੋਪਈ ਸੱਚਖੰਡ ਤੇ ਤਥ ਨਿਕਾਰੇ। ਸੱਚਖੰਡ ਦਰਗਾਹ ਦੇ ਵਿੱਚੋਂ ਐਸੇ ਧਰਮੀਆਂ ਨੂੰ ਬਾਹਰ ਕੱਢਿਆ ਗਿਆ। ਡੇਰਾ ਦੀਨੋਂ ਪਿੱਛੇ ਦਰਬਾਰੇ। ਸੱਚਖੰਡ ਦਰਬਾਰ ਦੇ ਮਗਰਲੇ ਬੰਨੇ, ਪਿਛਲੇ ਬੰਨੇ ਇਹਨਾਂ ਨੂੰ ਜਗ੍ਹਾ ਦਿੱਤੀ ਕਿ ਅੱਜ ਤੋਂ ਮੁੱਖ ਦਰਵਾਜ਼ੇ ਤੇ ਤੁਸੀਂ ਬੈਠ ਨਹੀਂ ਸਕਦੇ। ਤਬ ਤੈ ਘਟੀ ਪਾਤਸ਼ਾਹੀ ਦਿੱਲੀ। ਤਾਂ ਉਸ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸਿਰ ਤੇ ਜ਼ੁਲਮੀ ਤਲਵਾਰ ਚੱਲੀ, ਉਸ ਤੋਂ ਬਾਅਦ ਦਿੱਲੀ ਦੀ ਬਾਦਸ਼ਾਹੀਅਤ ਵੀ
ਖਤਰੇ ਵਿੱਚ ਆ ਗਈ। ਧੰਨ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਬਾਅਦ ਮੁਗਲ ਹਕੂਮਤ ਦਾ ਰਾਜ ਵੀ ਘਟਣ ਲੱਗ ਪਿਆ, ਮੁਗਲ ਹਕੂਮਤ ਦਾ ਪ੍ਰਤਾਪ ਘਟਣ ਲੱਗ ਗਿਆ, ਕਿਉਂਕਿ ਲੋਕਾਂ ਨੂੰ ਸੱਚਮੁੱਚ ਆਪਣੀ ਪੁਕਾਰ ਸੁਣਨ ਵਾਲਾ ਇੱਕ ਮੁਰਸ਼ਿਦ ਮਿਲ ਗਿਆ, ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਖਤ ਕੇਸਗੜ੍ਹ ਸਾਹਿਬ ਦੇ ਤਖਤ ਦੇ ਉੱਤੇ ਬੈਠ ਕਰਕੇ ਲੋਕਾਂ ਦੀਆਂ ਪੁਕਾਰਾਂ ਸੁਣ ਰਿਹਾ ਸੀ। ਲੋਕ ਦਿੱਲੀ ਦੇ ਬਾਦਸ਼ਾਹ ਨੂੰ ਛੱਡ ਕੇ, ਮੁਗਲ ਹਕੂਮਤ ਦੇ ਹੁਕਮਰਾਨਾਂ ਨੂੰ ਛੱਡ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਜਾਇਆ ਕਰਦੇ ਤੇ ਕਲਗੀਆਂ ਵਾਲੇ ਦੇ ਦਰਬਾਰ ਦੇ ਵਿੱਚ ਜਾ ਕੇ ਫਰਿਆਦ ਰੱਖਦੇ, ਕਿਉਂਕਿ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਕੋਈ ਖਾਲੀ ਨਹੀਂ ਸੀ ਜਾਂਦਾ। ਤਬ ਤੇ ਤੁਰਕ ਕਲਾ ਭਈ ਢਿੱਲੀ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਬਾਅਦ ਤੁਰਕਾਂ ਦੀ, ਮੁਗਲ ਹਕੂਮਤਾਂ ਦੀ ਕਲਾ ਭਾਵ ਮੁਗਲ ਹਕੂਮਤਾਂ ਦੀ ਤਾਕਤ ਉਹ ਵੀ ਢਿੱਲੀ ਹੋ ਗਈ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨ ਸਨ ਕਿ ਹੁਣ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਹੋ ਜਾਵੇਗਾ। ਦੋਹਰਾ ਫਿਰ ਦਸਵੇਂ ਪਾਤਸ਼ਾਹ ਸੋ ਵਧਿਓ ਤੁਰਕਨ ਵੈਰ। ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ, ਕੁਰਬਾਨੀ ਤੋਂ ਬਾਅਦ ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੱਕ ਲੈ ਕੇ ਜਾਂਦੇ ਦਿੱਲੀ ਤੋਂ ਚੱਲ ਕੇ, ਵੇਖੋ ਉਹਨਾਂ ਸਿੱਖਾਂ ਦਾ ਗੁਰੂ ਤੇ ਕਿੰਨਾ ਕੇ ਭਰੋਸਾ, ਕਿੰਨੀ ਕੇ ਭਾਵਨਾ ਹੋਵੇਗੀ ਕਿ ਜਿਸ ਸਤਿਗੁਰੂ ਦੇ ਪਾਵਨ ਮੁਖੜੇ ਦੇ ਦੀਦਾਰੇ ਕਰਦੇ ਆ, ਜਿਸ ਸਤਿਗੁਰੂ ਦੇ ਪਾਵਨ ਚਿਹਰੇ ਦੇ ਰੋਜ਼ ਦਰਸ਼ਨ ਕਰਕੇ ਭੁੱਖ ਲੈਂਦੀ ਹੈ, ਖਾਲਸਾ ਜੀ ਅੱਜ ਉਸੇ ਸਤਿਗੁਰੂ ਦੇ ਪਾਵਨ ਸੀਸ ਨੂੰ ਆਪਣੀ ਝੋਲੀ ਵਿੱਚ ਲੈ ਕਰਕੇ ਦਿੱਲੀ ਤੋਂ ਪੈਦਲ ਚੱਲ ਕੇ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਕੋਲ ਪਹੁੰਚਾਇਆ। ਕਿੰਨਾ ਕੇ ਸਿਦਕ, ਕਿੰਨਾ ਕੇ ਭਰੋਸਾ ਹੋਵੇਗਾ ਕਿ ਜਿਸ ਸਤਿਗੁਰੂ ਦੇ ਪਾਵਨ ਚਰਨਾਂ ਦੇ ਉੱਤੇ ਰੋਜ਼ਾਨਾ ਮੱਥਾ ਧਰਦੇ ਨੇ, ਅੱਜ ਉਸੇ ਲੱਖੀ ਸ਼ਾਹ ਵਣਜਾਰੇ ਦੇ ਸਾਹਮਣੇ ਉਸੇ ਸਤਿਗੁਰੂ ਦਾ ਧੜ ਇੱਕ ਪਾਸੇ ਹੈ, ਸਿਰ ਇੱਕ ਪਾਸੇ ਹੈ, ਪਰ ਲੱਖੀ ਸ਼ਾਹ ਵਣਜਾਰਾ ਉਦੋਂ ਵੀ ਨਹੀਂ ਡੋਲਿਆ। ਧੰਨ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਆਪਣੇ ਘਰ ਦੇ ਵਿੱਚ ਲਿਜਾ ਕਰਕੇ ਖਾਲਸਾ ਜੀ ਸਾਰੇ ਘਰ ਨੂੰ ਅੱਗ ਲਾ ਕੇ ਸੱਚੇ ਪਾਤਸ਼ਾਹ ਦੇ ਪਾਵਨ ਧੜ ਦਾ ਸੰਸਕਾਰ ਵੀ ਕੀਤਾ। ਭਾਵ ਕਿੰਨਾ ਕੇ ਭਰੋਸਾ ਤੇ ਉਹਨਾਂ ਦੀ ਭਾਵਨਾ ਬਿਆਨ ਨਹੀਂ ਕੀਤੀ ਜਾ ਸਕਦੀ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰਦੇ ਹਾਂ, ਕੋਈ ਮਹਾਰਾਜ ਦੇ ਰਮਾਲੇ ਨੂੰ ਥੋੜਾ ਜਿਹਾ ਹੱਥ ਵੀ ਲਾਵੇ ਤੇ ਇੱਕ ਵਾਰ ਰੋਮ ਰੋਮ ਕੰਬ ਉੱਠਦਾ ਹੈ ਕਿ ਸੱਚੇ ਪਾਤਸ਼ਾਹ ਦੇ ਪਾਵਨ ਰਮਾਲੇ ਨੂੰ ਹੱਥ ਲਾਇਆ, ਕਿਤੇ ਬੇਅਦਬੀ ਨਾ ਹੋ ਜਾਵੇ। ਤੇ ਖਾਲਸਾ ਜੀ ਜਿਨ੍ਹਾਂ ਸਿੱਖਾਂ ਦੇ ਸਾਹਮਣੇ ਸਤਿਗੁਰੂ ਦਾ ਸਿਰ ਧੜ ਤੋਂ ਜੁਦਾ ਹੋਇਆ ਹੋਵੇਗਾ, ਉਹ ਤੇ ਭੁੱਬਾਂ ਮਾਰ ਕੇ ਰੋ ਉੱਠੇ ਹੋਣਗੇ ਕਿ ਮਹਾਰਾਜ ਕਿਤੇ ਕਿਰਪਾ ਕਰਕੇ ਸੇਵਾ ਸਾਡੇ ਹਿੱਸੇ ਪਾ ਦਿੰਦੇ, ਪਰ ਫਿਰ ਵੀ ਉੱਥੇ ਡੋਲੇ ਨਹੀਂ। ਭਾਈ ਜੈਤਾ ਜੀ ਖਾਲਸਾ ਜੀ ਆਪਣੀ ਝੋਲੀ ਦੇ ਵਿੱਚ ਸੱਚੇ ਪਾਤਸ਼ਾਹ ਦਾ ਪਾਵਨ ਸੀਸ ਲੈ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਤੇ ਕਲਗੀਆਂ ਵਾਲੇ ਪਾਤਸ਼ਾਹ ਕਲਾਵੇ ਵਿੱਚ ਲੈ ਕੇ ਕਹਿੰਦੇ, ਰੰਗਰੇਟੇ ਗੁਰੂ ਕੇ ਬੇਟੇ, ਮਹਾਰਾਜ ਨੇ ਐਸਾ ਮਾਣ, ਐਸਾ ਸਨਮਾਨ ਆਪਣੇ ਘਰ ਦੇ ਵਿੱਚੋਂ ਦਿੱਤਾ। ਸੋ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਸੁਭਾਏਮਾਨ ਹੋਏ, ਕਲਗੀਆਂ ਵਾਲੇ ਪਾਤਸ਼ਾਹ ਨੇ ਫਿਰ ਸੰਤ ਰੂਪ ਦੇ ਨਾਲ ਜਦੋਂ ਸਿਪਾਹੀ ਰੂਪ ਵੀ ਬਖਸ਼ ਦਿੱਤਾ, ਕਹਿੰਦੇ ਫਿਰ ਮੁਗਲ ਹਕੂਮਤ ਦਾ ਮੁੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲ ਹੋ ਗਿਆ, ਅਨੰਦਪੁਰ ਸਾਹਿਬ ਦੀ ਧਰਤੀ ਵੱਲ ਹੋ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੁਰਕਾਂ ਦਾ ਵੈਰ ਵੱਧ ਗਿਆ। ਚੁਗਲੀ ਖਾਈ ਪਹਾੜਿਆਨ ਗਿਓ ਚੰਗਿਆੜੋ ਫੈਲ। ਜਿਹੜੇ ਪਹਾੜੀ ਰਾਜੇ ਸੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਨਗਾਰੇ ਤੇ ਚੋਟ ਵੱਜਦੀ ਸੀ ਨਾ, ਉਦੋਂ ਉਹਨਾਂ ਨੂੰ ਬੜਾ ਦੁੱਖ ਲੱਗਦਾ ਸੀ, ਕਿਉਂਕਿ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲ ਦੀਏ ਨਰ ਨਾਹ ਦੀ, ਸੌਣ ਨਾ ਦਿੰਦੀ ਸੁਖ ਦੁਰਜਨਾਂ ਨੂੰ ਰਾਤ ਦਿਨ, ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਆਨੰਦ ਦਾ ਵਾਜਾ ਵੱਜਣਾ, ਸੰਤ ਰੂਪ ਸਿਖਾਇਆ ਜਾਣਾ ਤੇ ਸੰਧਿਆ ਵੇਲੇ ਅੰਮ੍ਰਿਤ ਵੇਲੇ ਰਣਜੀਤ ਨਗਾਰੇ ਤੇ ਚੋਟ ਪੈਣੀ, ਤੇ ਕਹਿੰਦੇ ਜਦੋਂ ਕਲਗੀਆਂ ਵਾਲੇ ਦੇ ਤਖਤ ਕੇਸਗੜ੍ਹ ਸਾਹਿਬ ਤੇ ਨਗਾਰੇ ਤੇ ਚੋਟ ਪੈਂਦੀ ਸੀ, ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੀਆਂ ਜਿੰਨੀਆਂ ਵੀ ਪਹਾੜੀਆਂ ਸਨ, ਖਾਲਸਾ ਜੀ ਕੰਬਦੀਆਂ ਸਨ, ਕਿਉਂਕਿ ਇੱਕ ਸਫ਼ਰ ਹੈ ਰਬਾਬ ਤੋਂ ਨਗਾਰੇ ਦਾ। ਜਦੋਂ ਬਾਬੇ ਨਾਨਕ ਦੇ ਹਜ਼ੂਰੀ ਦੇ ਵਿੱਚ ਭਾਈ ਮਰਦਾਨੇ ਨੇ ਰਬਾਬ ਵਜਾਈ,
ਪਾਪੀਆਂ ਦੇ ਝੂਠਿਆਂ ਦੇ ਦਿਲ ਕੰਬੇ, ਪਾਪੀਆਂ ਦੇ ਝੂਠਿਆਂ ਦੇ ਹਿਰਦੇ ਕੰਬੇ। ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਨਗਾਰਾ ਵੱਜਿਆ, ਉਦੋਂ ਜ਼ੁਲਮੀ ਬਾਦਸ਼ਾਹਾਂ ਦੇ ਵੀ ਦਿਲ ਕੰਬੇ, ਜ਼ੁਲਮੀ ਬਾਦਸ਼ਾਹਾਂ ਦੇ ਕਿਲੇ ਦੀਆਂ ਕੰਧਾਂ ਹਿੱਲ ਤੇ ਪਹਾੜੀ ਰਾਜਿਆਂ ਨੇ ਦਿੱਲੀ ਦੇ ਬਾਦਸ਼ਾਹ ਦੇ ਕੋਲ ਜਾ ਕਰਕੇ ਚੁਗਲੀਆਂ ਕੀਤੀਆਂ। ਤੇ ਵੇਖੋ, ਜਿਹੜੇ ਕਲਗੀਆਂ ਵਾਲੇ ਪ੍ਰਤੀ ਚੁਗਲੀਆਂ ਕਰਦੇ ਰਹੇ, ਉਹਨਾਂ ਪਹਾੜੀ ਰਾਜਿਆਂ ਦਾ ਨਾਮੋ ਨਿਸ਼ਾਨ ਨਹੀਂ। ਪਹਾੜੀਆਂ ਸੁੰਨੀਆਂ ਪਈਆਂ, ਪਰ ਅੱਜ ਉਹਨਾਂ ਕੱਲੀਆਂ ਕੱਲੀਆਂ ਪਹਾੜੀਆਂ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਦਾ ਨਿਸ਼ਾਨ ਅੱਜ ਵੀ ਆਕਾਸ਼ਾਂ ਦੇ ਵਿੱਚ ਝੁੱਲ ਰਿਹਾ। ਖਾਲਸਾ ਜੀ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਹੈ। ਪਰ ਜਿਨ੍ਹਾਂ ਪਹਾੜੀ ਰਾਜਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਲੈ ਲਈ, ਉਹਨਾਂ ਦੇ ਅੰਸ਼ਜ, ਉਹਨਾਂ ਦੇ ਪਰਿਵਾਰ ਅੱਜ ਵੀ ਮੌਜੂਦ ਨੇ। ਤੇ ਜਿਹੜੇ ਗੁਰੂ ਨਾਲ ਮੱਥਾ ਲੈਂਦੇ ਰਹੇ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ। ਸਕੇਤ ਮੰਡੀ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਅਸਥਾਨ ਹੈ। ਮੰਡੀ ਸਾਹਿਬ ਵਿਖੇ ਦਰਿਆ ਦੇ ਕਿਨਾਰੇ ਤੇ ਪਹਾੜੀ ਤੇ ਮਹਾਰਾਜ ਦਾ ਸਥਾਨ ਹੈ। ਉੱਥੋਂ ਦੇ ਪਹਾੜੀ ਰਾਜੇ ਨੇ ਵਰ ਮੰਗਿਆ, ਕਹਿਣ ਲੱਗਾ, ਪਾਤਸ਼ਾਹ ਕਿਰਪਾ ਕਰੋ, ਮੇਰਾ ਰਾਜ ਭਾਗ ਸਲਾਮਤ ਰਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿੱਟੀ ਦਾ ਭਾਂਡਾ ਹਾਂਡੀ ਪਕੜੀ। ਖਾਲਸਾ ਜੀ, ਹਾਂਡੀ ਨੂੰ ਦਰਿਆ ਵਿੱਚ ਸੱਟਿਆ, ਉਸ ਹਾਂਡੀ ਤੇ ਤੀਰ ਮਾਰਿਆ ਤੇ ਹਾਂਡੀ ਦੇ ਵਿੱਚ ਛੇਕ ਹੋ ਗਿਆ। ਤੇ ਜਦੋਂ ਭਾਂਡੇ ਵਿੱਚ ਛੇਕ ਹੋ ਜਾਵੇ, ਭਾਂਡਾ ਪਾਣੀ ਵਿੱਚ ਡੁੱਬ ਜਾਂਦਾ ਹੈ। ਪਰ ਕਹਿੰਦੇ ਕਲਗੀਆਂ ਵਾਲੇ ਦੀ ਨਿਗਾਹ ਪਈ, ਉਹ ਭਾਂਡਾ, ਉਹ ਬਰਤਨ, ਉਹ ਹਾਂਡੀ ਦਰਿਆ ਵਿੱਚ, ਪਾਣੀ ਵਿੱਚ ਡੁੱਬੀ ਨਹੀਂ, ਤੈਰਦੀ ਰਹਿ ਗਈ। ਤੇ ਗੁਰੂ ਗੋਬਿੰਦ ਸਿੰਘ ਹੱਸ ਕੇ ਕਹਿਣ ਲੱਗੇ, ਜੈਸੇ ਬਚੀ ਹੈ ਤੇਰੀ ਹਾਂਡੀ, ਵੈਸੇ ਬਚੇਗੀ ਤੇਰੀ ਮਾਂਡੀ। ਰਾਜਿਆ, ਸੰਸਾਰ ਦੇ ਤਖਤੇ ਦੇ ਉੱਤੇ ਤੇਰੇ ਇਸ ਰਾਜ ਵੱਲ, ਤੇਰੀ ਮੰਡੀ ਵੱਲ ਕੋਈ ਮਾੜੀ ਨਿਗਾਹ ਨਾਲ ਵੇਖ ਵੀ ਨਹੀਂ ਸਕੇਗਾ। ਤੇ ਇਤਿਹਾਸ ਸਾਮੀ ਭਰਦਾ ਹੈ, ਜਦੋਂ ਅੰਗਰੇਜ਼ਾਂ ਨੇ ਜਾ ਕਰਕੇ ਸਾਰੇ ਰਾਜਿਆਂ ਨੂੰ ਫਤਿਹ ਕੀਤਾ, ਇੱਕ ਸਕੇਤ ਮੰਡੀ ਐਸਾ ਰਾਜ ਸੀ ਖਾਲਸਾ ਜੀ, ਜਿੱਥੇ ਅੰਗਰੇਜ਼ ਹਕੂਮਤ ਵੀ ਰਾਜ ਨਹੀਂ ਕਰ ਸਕੀ। ਕਿਉਂ? ਕਿਉਂਕਿ ਉਸ ਰਾਜ ਭਾਗ ਨੂੰ ਬਰਕਰਾਰ ਰੱਖਣ ਦੇ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਸਨ। ਤੇ ਅੱਜ ਵੀ ਉੱਥੇ ਮਹਾਰਾਜ ਦਾ ਪਾਵਨ ਮੰਜਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਬਾਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੰਦੂਕ ਤੇ ਉਹ ਪਾਵਨ ਹਾਂਡੀ ਉਸ ਅਸਥਾਨ ਤੇ ਮੌਜੂਦ ਹੈ। ਦਰਸ਼ਨ ਕਰਵਾਏ ਜਾਂਦੇ ਨੇ। ਸੋ ਜਿਨ੍ਹਾਂ ਨੇ ਮਹਾਰਾਜ ਦੀ ਸ਼ਰਨ ਲਈ, ਤੇ ਦੂਸਰਾ ਨਾਹਨ ਦੇਸ਼ ਦਾ ਰਾਜਾ ਮੇਦਨੀ ਪ੍ਰਕਾਸ਼, ਇਹਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ। ਕਲਗੀਆਂ ਵਾਲੇ ਨੇ ਨਾਹਨ ਦੀ ਹੱਦ ਦੇ ਵਿੱਚ ਚਰਨ ਪਾਏ, ਪੌਂਟਾ ਸਾਹਿਬ ਨਗਰ ਵਸਾਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਰਾਜੇ ਦੇ ਕਿਲੇ ਦੇ ਵਿੱਚ ਵੀ ਚਰਨ ਪਾਏ। ਤੇ ਕਹਿੰਦੇ ਨੇ ਉੱਥੋਂ ਦਾ ਪਾਣੀ ਬੜਾ ਖਾਰਾ ਹੁੰਦਾ ਸੀ, ਪੀਣ ਲਾਇਕ ਨਹੀਂ ਸੀ। ਖਾਲਸਾ ਜੀ, ਮੈਂ ਖੁਦ ਉਸ ਅਸਥਾਨ ਦੇ ਦਰਸ਼ਨ ਕੀਤੇ। ਮੈਂ ਹੈਰਾਨ ਰਹਿ ਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਸੰਗਤ ਦੀ ਪੁਕਾਰ ਸੁਣੀ। ਪਹਾੜੀ ਦੇ ਉੱਤੇ ਵਸਿਆ ਹੋਇਆ ਸ਼ਹਿਰ ਹੈ, ਮਹਾਰਾਜ ਨੇ ਪਹਾੜੀ ਦੇ ਉੱਤੇ ਖੂਹ ਲਵਾ ਦਿੱਤਾ ਜਲ ਦਾ। ਤੇ ਸੱਚੇ ਪਾਤਸ਼ਾਹ ਨੇ ਪਹਾੜੀ ਤੇ ਖੂਹ ਲਵਾਇਆ, ਤੇ ਅੱਜ ਤੱਕ ਉਸ ਖੂਹ ਦੇ ਵਿੱਚ ਜਲ ਹੈ, ਤੇ ਜਲ ਮਿੱਠਾ ਵੀ ਬੜਾ ਹੈ। ਤੇ ਸੰਗਤਾਂ ਅੱਜ ਤੱਕ ਛਕਦੀਆਂ। ਅੱਜ ਵੀ ਕੋਈ ਸੋਚ ਨਹੀਂ ਸਕਦਾ, ਵੱਡੇ ਤੋਂ ਵੱਡਾ ਵਿਗਿਆਨਕ, ਕਿ ਪਹਾੜੀਆਂ ਦੇ ਉੱਤੇ ਖੂਹ ਲੱਗ ਕੇ ਖੂਹ ਦੇ ਵਿੱਚੋਂ ਜਲ ਵੀ ਆ ਸਕਦਾ। ਤੇ ਅੱਜ ਵੀ ਉਸ ਪਾਵਨ ਖੂਹ ਦੇ, ਉਸ ਥੜੇ ਦੇ, ਉਸ ਸਥਾਨ ਤੇ ਦਰਸ਼ਨ ਹੁੰਦੇ ਨੇ। ਸੋ ਜਿਨ੍ਹਾਂ ਰਾਜਿਆਂ ਨੇ ਉਦੋਂ ਮਹਾਰਾਜ ਦੀ ਸ਼ਰਨ ਲਈ, ਉਹਨਾਂ ਦੇ ਅੰਸ਼ਜ ਅੱਜ ਵੀ ਮੌਜੂਦ ਨੇ। ਮੇਦਨੀ ਪ੍ਰਕਾਸ਼ ਰਾਜੇ ਦੇ ਵੰਸ਼ਜ ਅੱਜ ਵੀ ਨੇ। ਤੇ ਇਹਨਾਂ ਕੋਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼੍ਰੀ ਸਾਹਿਬ ਮੌਜੂਦ ਹੈ, ਜੋ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਦੇ ਪਰਿਵਾਰ ਨੂੰ ਦਿੱਤੀ। ਪਰ ਜਿਨ੍ਹਾਂ ਪਹਾੜੀ ਰਾਜਿਆਂ ਨੇ ਚੁਗਲੀਆਂ ਕੀਤੀਆਂ ਮੁਗਲ ਹਕੂਮਤ ਕੋਲ, ਨਾ ਉਹਨਾਂ ਦੇ ਰਾਜ ਭਾਗ ਨੇ, ਤੇ ਨਾ ਉਹਨਾਂ ਰਾਜਿਆਂ ਦਾ ਨਾਮੋ ਨਿਸ਼ਾਨ ਬਚਿਆ ਹੈ। ਚੌਪਈ ਕਾਜੀ ਮੁਗਲਨ ਤੁਰਕ ਸਿਖਾਏ। ਕਹਿੰਦੇ ਕਾਜ਼ੀਆਂ ਨੂੰ, ਮੁਗਲਾਂ ਨੂੰ, ਤੁਰਕਾਂ ਨੂੰ, ਮੁਗਲ ਹਕੂਮਤ ਦੇ ਸਿਪਾਹੀਆਂ ਨੂੰ ਜਾ ਕੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਚੁਗਲੀਆਂ ਲਾਉਂਦੇ ਤੇ ਮਹਾਰਾਜ ਪ੍ਰਤੀ ਭੜਕਾਉਂਦੇ ਨੇ। ਕਰਾਰ ਬਾਬਰ ਕਹਿ ਦਏ ਭੁਲਾਏ। ਤੇ ਜਦੋਂ ਇਹਨਾਂ ਨੇ ਜਾ ਕਰਕੇ ਚੁਗਲੀਆਂ ਲਾਈਆਂ, ਕਹਿੰਦੇ ਜਿਹੜਾ ਬਾਬਰ ਨੇ ਕਰਾਰ ਕੀਤਾ ਸੀ
ਧੰਨ ਗੁਰੂ ਨਾਨਕ ਸਾਹਿਬ ਨੂੰ ਬਚਨ ਕੀਤਾ ਸੀ ਕਿ ਮਹਾਰਾਜ ਅਸੀਂ ਤੁਹਾਡੇ ਉੱਤੇ ਕਦੇ ਤੇਗ ਨਹੀਂ ਚਲਾਵਾਂਗੇ, ਸਾਨੂੰ ਰਾਜ ਭਾਗ ਦਾ ਵਰ ਦਿਓ। ਬਾਬਰ ਨੇ 7 ਪੁਸ਼ਤਾਂ ਦਾ ਰਾਜ ਗੁਰੂ ਨਾਨਕ ਸਾਹਿਬ ਤੋਂ ਮੰਗਿਆ, ਪਰ ਮਹਾਰਾਜ ਨੇ ਕਿਹਾ ਬਾਬਰ ਤੂੰ ਜਾਬਰ ਰਹਿ, ਚੇਤੇ ਰੱਖੀ ਸਿਰ ਦੇ ਕੇ ਤੇਰੇ ਤੋਂ ਰਾਜ ਵਾਪਸ ਲਵਾਂਗੇ। 9ਵੇਂ ਜਾਮੇ ਵਿੱਚ ਮਹਾਰਾਜ ਨੇ ਸਿਰ ਦੇ ਕੇ ਰਾਜ ਵਾਪਸ ਲਿਆ। ਕਹਿੰਦੇ ਜਦੋਂ ਚੁਗਲੀਆਂ ਲਾਈਆਂ ਪਹਾੜੀ ਰਾਜਿਆਂ ਨੇ, ਔਰੰਗਜ਼ੇਬ ਬਾਦਸ਼ਾਹ ਇੰਨਾ ਜ਼ੁਲਮੀ ਹੈ, ਜਿਨੇ ਆਪਣੇ ਸਕੇ ਭਰਾ ਨੂੰ ਮਾਰਿਆ, ਜਿਨੇ ਆਪਣੇ ਸਕੇ ਬਾਪ ਨੂੰ ਆਪਣੀ ਕੈਦ ਵਿੱਚ ਰੱਖ ਕੇ ਗੱਦੀ ਤੇ ਬੈਠਾ। ਖਾਲਸਾ ਜੀ ਆਪਣੇ ਵੱਡੇ ਵਡੇਰੇ ਬਾਬਰ ਬਾਦਸ਼ਾਹ ਦਾ ਕੀਤਾ ਬਚਨ ਭੁੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੀ ਵੈਰ ਕਮਾਉਣ ਲੱਗ ਪਿਆ। ਹਿੰਦੂ ਨ ਹਿੰਦ ਕਬ ਦਈ ਕਹਾਵੈ, ਤੇ ਕਹਿਣ ਲੱਗਾ ਗੁੱਸੇ ਵਿੱਚ ਆ ਕਰਕੇ ਕਿ ਉਹ ਤਾਂ ਹਿੰਦੂਆਂ ਦਾ ਪੀਰ ਹੈ, ਹਿੰਦੂਆਂ ਦਾ ਫਕੀਰ ਹੈ, ਉਹ ਕੌਣ ਹੈ ਸਾਨੂੰ ਰਾਜ ਦੇਣ ਵਾਲਾ। ਭਾਵ ਗੁਰੂ ਨਾਨਕ ਸਾਹਿਬ ਪ੍ਰਤੀ ਇਹ ਬਚਨ ਜਿਹੜਾ ਕਿ ਦਿੱਲੀ ਦਾ ਝੂਠਾ ਔਰੰਗਾ ਬਾਦਸ਼ਾਹ ਕਰਦਾ ਹੈ, ਜਿਹੜਾ ਆਪਣੇ ਵੱਡੇ ਵਡੇਰਿਆਂ ਦੇ ਕਰਾਰਾਂ ਨੂੰ ਭੁੱਲ ਗਿਆ। ਦਾਇਕ ਪਿਕੰਬਰਨ ਆਪ ਬਣਾਵੇ, ਕਹਿੰਦਾ ਇਹ ਤੇ ਆਪਣੇ ਆਪ ਗੱਲਾਂ ਬਣੀ ਆ ਰਹੀਆਂ ਨੇ, ਅਸੀਂ ਤੇ ਰਾਜ ਭਾਗ ਆਪਣੀ ਬਾਹਾਂ ਦੇ ਜ਼ੋਰ ਨਾਲ ਲਿਆ। ਇਹ ਸੱਚ ਹੈ, ਜਦੋਂ ਰਾਜ ਭਾਗ ਲੈਣਾ ਹੋਵੇ, ਭਾਵੇਂ ਪੁਰਾਣਾ ਸਮਾਂ ਵੇਖੀਏ ਤੇ ਭਾਵੇਂ ਅੱਜ ਦਾ ਸਮਾਂ ਵੇਖੀਏ, ਜਦੋਂ ਇਲੈਕਸ਼ਨ, ਜਦੋਂ ਵੋਟਾਂ ਹੁੰਦੀਆਂ ਘਰ ਘਰ ਜਾਂਦੇ ਨੇ, ਤੇ ਜਦੋਂ ਖਾਲਸਾ ਜੀ ਗੱਦੀ ਮਿਲ ਜਾਂਦੀ ਹੈ, ਰਾਜ ਮਿਲ ਜਾਂਦਾ ਹੈ, ਉਹਨਾਂ ਹੀ ਵੋਟਾਂ ਪਾਉਣ ਵਾਲਿਆਂ ਉੱਤੇ ਡਾਂਗਾਂ ਵੀ ਫੇਰੀਆਂ ਜਾਂਦੀਆਂ। ਭਾਵ ਜਦੋਂ ਬੰਦਾ ਗੱਦੀ ਤੇ ਬਹਿ ਜਾਂਦਾ ਹੈ, ਤਖਤ ਤੇ ਬੈਠ ਜਾਂਦਾ ਹੈ, ਉਹ ਫਿਰ ਕਹਿੰਦਾ ਕਿ ਰਾਜ ਭਾਗ ਤੇ ਮੈਂ ਖੁਦ ਹੀ ਲਿਆ, ਮੈਨੂੰ ਦੇਣ ਵਾਲਾ ਕੌਣ ਹੈ। ਸੋ ਇਸੇ ਤਰ੍ਹਾਂ ਔਰੰਗਾ ਬਾਦਸ਼ਾਹ ਵੀ ਹੰਕਾਰ ਵਿੱਚ ਬਚਨ ਕਰਦਾ ਹੈ ਕਿ ਤੇ ਆਪੋ ਬਣੀਆਂ ਗੱਲਾਂ ਨੇ, ਸਾਨੂੰ ਰਾਜ ਭਾਗ ਦੇਣ ਵਾਲਾ ਕੌਣ ਗੁਰੂ ਨਾਨਕ ਆਇਆ। ਪਰ ਖਾਲਸਾ ਜੀ ਫਿਰ ਗੁਰੂ ਨਾਨਕ ਦੀ ਜੋਤ ਨੇ ਪ੍ਰਗਟ ਕਰਕੇ ਵਿਖਾਇਆ, ਦਿੱਲੀ ਦਾ ਤਖਤਾ ਪਲਟਾਇਆ ਤੇ ਔਰੰਗਜ਼ੇਬ ਬਾਦਸ਼ਾਹ ਨੂੰ ਹਰਾ ਕੇ, ਔਰੰਗਜ਼ੇਬ ਬਾਦਸ਼ਾਹ ਦਾ ਰਾਜ ਮਲੀਆ ਮੇਟ ਕਰਕੇ ਉਸੇ ਤਖਤ ਦੇ ਉੱਤੇ ਬਹਾਦਰ ਸ਼ਾਹ ਨੂੰ ਬਿਠਾਇਆ। ਤੇ ਜੇ ਬਹਾਦਰ ਸ਼ਾਹ ਵੀ ਵਾਦਿਆਂ ਤੋਂ ਮੁਨਕਰ ਹੋਇਆ, ਫਿਰ ਕਲਗੀਆਂ ਵਾਲੇ ਨੇ ਉਸੇ ਤਖਤ ਦੇ ਉੱਤੇ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ, ਖਾਲਸੇ ਪੰਥ ਨੂੰ ਬਿਠਾਇਆ, ਤੇ ਖਾਲਸੇ ਪੰਥ ਨੂੰ ਮਹਾਰਾਜ ਨੇ ਪਾਤਸ਼ਾਹੀਆਂ ਦਿੱਤੀਆਂ। ਸੋ ਬਾਬਰ ਬਾਦਸ਼ਾਹ ਦੇ ਵਾਦਿਆਂ ਨੂੰ ਭੁੱਲਿਆ ਔਰੰਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਬੜੀ ਭੱਦੇ ਸ਼ਬਦਾਵਲੀ ਬੋਲਦਾ ਹੈ। ਗੁਰੂ ਗੋਬਿੰਦ ਸਿੰਘ ਸੁਣ ਗੁੱਸਾ ਆਇਆ, ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਐਸੇ ਅਪਮਾਨਜਨਕ ਸ਼ਬਦ ਖਾਲਸਾ ਜੀ ਔਰੰਗਜ਼ੇਬ ਬਾਦਸ਼ਾਹ ਨੇ ਬੋਲੇ, ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸੋਢੀ ਸੁਲਤਾਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਵੀਰ ਰਸ ਵਿੱਚ ਆਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਤ ਸਿਪਾਹੀ ਜਾਮਾ ਪਹਿਨਿਆ, ਤੇ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ। ਜ਼ੁਲਮੀ ਰਾਜ ਨੂੰ ਮਲੀਆ ਮੇਟ ਕਰਨ ਵਾਸਤੇ ਗਾਤਰਿਆਂ ਦੇ ਵਿੱਚ ਤੇਗਾਂ ਪਵਾਈਆਂ, ਸਿਰਾਂ ਦੇ ਉੱਤੇ ਦਮਾਲੇ ਸਜਵਾਏ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਕਰਕੇ ਵਿਖਾਇਆ। ਤੁਰਕ ਨਾਚ ਹਿਤ ਪੰਥ ਬਣਾਇਆ, ਕਹਿੰਦੇ ਤੁਰਕਾਂ ਦੇ ਮੁਗਲ ਹਕੂਮਤ ਨੂੰ ਨਾਸ਼ ਕਰਨ ਵਾਸਤੇ, ਜ਼ੁਲਮ ਨੂੰ ਠੱਲ ਪਾਉਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਖਾਲਸਾ ਪੰਥ ਪ੍ਰਗਟ ਕਰ ਦਿੱਤਾ, ਨੀਲੰਬਰ ਧਾਰੀ ਸਿੰਘ ਪ੍ਰਗਟ ਕਰ ਦਿੱਤੇ। ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਨੇ ਕਿਰਪਾ ਕਰਕੇ ਬੱਬਰ ਸ਼ੇਰ ਵਾਲੀ ਫੌਜ ਪ੍ਰਗਟ ਕਰ ਦਿੱਤੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਹਾਰਾਜ ਨੇ ਬਚਨ ਕੀਤਾ, ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਖਾਲਸਾ ਜੀ ਆਪਾਂ ਸਤਿਗੁਰੂ ਦੇ ਦਰ ਤੇ ਨਮਸਕਾਰਾਂ ਕਰਦੇ ਆਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕਰਦੇ ਆਂ। ਇੱਕ ਗੱਲ ਚੇਤੇ ਹਮੇਸ਼ਾ ਰੱਖਣੀ ਚਾਹੀਦੀ ਹੈ ਕਿ ਕੱਲੇ ਕੱਲੇ ਸਿੱਖ ਨੂੰ ਮਹਾਰਾਜ ਨੇ ਆਪਣਾ ਪੁੱਤਰ ਬਣਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੱਲੇ ਕੱਲੇ ਸਿੱਖ ਨੂੰ ਆਪਣਾ ਰੂਪ ਬਖਸ਼ਿਆ ਹੈ। ਤੇ ਜਿਹੜੇ ਆਪਾਂ ਗੁਰੂ ਗੋਬਿੰਦ ਸਿੰਘ ਤੇ ਭਾਵਨਾ ਰੱਖਦੇ ਆਂ, ਮਹਾਰਾਜ ਦੀ ਖੁਸ਼ੀ ਲੈਣੀ ਚਾਹੁੰਦੇ ਆਂ, ਇੱਕ ਬਚਨ ਜ਼ਰੂਰ ਮੰਨਿਓ, ਬੇਨਤੀ ਕਬੂਲ ਕਰਿਓ ਕਿ ਕਦੇ ਵੀ ਆਪਣੇ ਚਿਹਰੇ ਦੇ ਉੱਤੋਂ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਰੋਮਾਂ ਦੀ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ, ਕੇਸ ਨਹੀਂ ਕਤਲ ਕਰਨੇ ਚਾਹੀਦੇ, ਕਿਉਂਕਿ ਇਹ ਕੇਸ, ਇਹ ਰੋਮ, ਇਹਨਾਂ ਉੱਤੇ ਸਾਡਾ ਕੋਈ ਹੱਕ ਨਹੀਂ। ਖਾਲਸਾ ਜੀ ਜਦੋਂ ਇੱਕ ਵੀ ਕੇਸ ਅਸੀਂ ਆਪਣੇ ਤਨ ਤੋਂ ਪੁੱਟਦੇ ਆਂ, ਉਹ ਕੇਸ ਨਹੀਂ ਪੁੱਟਦੇ। ਚੇਤੇ ਰੱਖਿਓ, ਧੰਨ ਬਾਬਾ ਅਜੀਤ ਸਿੰਘ ਦੀ ਕੁਰਬਾਨੀ ਪੁੱਟਦੇ ਆਂ।
ਧੰਨ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਪੁੱਟਦੇ ਆਂ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਪੁੱਟਦੇ ਆਂ। ਕਿਉਂਕਿ ਇਹ ਕੇਸ, ਇਹ ਰੋਮ ਗੁਰੂ ਦੀ ਮੋਹਰ ਨੇ ਤੇ ਗੁਰੂ ਨੇ ਆਪਣਾ ਰੂਪ ਬਖਸ਼ਿਆ ਹੈ। ਤੇ ਖਾਲਸਾ ਜੀ, ਜੇ ਪਾਤਸ਼ਾਹ ਨੇ ਆਪਣਾ ਰੂਪ ਬਖਸ਼ਿਆ ਹੋਵੇ, ਅਸੀਂ ਪਾਤਸ਼ਾਹਾਂ ਦਾ ਰੂਪ ਛੱਡ ਕੇ ਦੁਨੀਆ ਦੇ ਮੰਗਤਿਆਂ ਦਾ ਰੂਪ ਧਾਰਨ ਕਰਕੇ ਬੈਠ ਜਾਈਏ, ਉਹਦੀ ਕੋਈ ਸਿਆਣਪ ਨਹੀਂ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਕਿਰਪਾ ਕਰਕੇ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਕਰਨ ਲਈ ਖਾਲਸਾ ਪੰਥ ਸਾਜਿਆ, ਜ਼ੁਲਮ ਖਤਮ ਕਰਨ ਲਈ ਮਹਾਰਾਜ ਨੇ ਪੰਥ ਦੀ ਸਾਜਨਾ ਕਰ ਦਿੱਤੀ। ਪੁੱਤਰ ਚਾਰੇ ਦਏ ਅਖਾਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਲਖਤੇ ਜਿਗਰ, 2 ਖਾਲਸਾ ਜੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, 2 ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਹੋ ਗਏ। ਪੰਥ ਖਾਤਰ ਨਿਜ ਅੰਸ ਗਵਾਈ, ਧੰਨ ਗੁਰੂ ਗੋਬਿੰਦ ਸਿੰਘ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਨੇ ਆਪਣੇ ਲਖਤੇ ਜਿਗਰਾਂ ਦੇ ਟੋਟੇ ਟੋਟੇ ਕਰਵਾ ਦਿੱਤੇ। ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ। ਮਹਾਰਾਜ ਨੇ ਪੰਥ ਸਲਾਮਤ ਰੱਖਣ ਲਈ ਆਪਣੇ ਲਖਤੇ ਜਿਗਰ, ਖਾਲਸਾ ਜੀ ਸ਼ਹੀਦ ਹੋ ਗਏ। ਤੇ ਮੈਂ ਇੱਕ ਬੇਨਤੀ ਕਰਾਂ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਧੰਨ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਚੱਲੇ, ਕਲਗੀਆਂ ਵਾਲੇ ਨੇ ਚਮਕੌਰ ਦੀ ਗੜੀ ਦਾ ਮੁੱਖ ਦਰਵਾਜ਼ਾ ਖੋਲਣ ਤੋਂ ਪਹਿਲਾਂ ਬਚਨ ਕੀਤਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਕਿ ਜਦੋਂ ਤੁਹਾਡੀ ਛਾਤੀ ਤੀਰਾਂ ਨਾਲ ਵਿੰਨੀ ਜਾ ਰਹੀ ਹੋਵੇ ਤੇ ਇੱਕ ਵਾਰ ਮੇਰੇ ਵੱਲ ਜ਼ਰੂਰ ਵੇਖਿਓ। ਕਹਿੰਦੇ ਸੋਚਣ ਵਿੱਚ ਆਇਆ ਕਿ ਸ਼ਾਇਦ ਪੁੱਤਰ ਮੋਹ ਜਾਗ ਪਿਆ। ਧੰਨ ਬਾਬਾ ਅਜੀਤ ਸਿੰਘ ਜੀ ਨੇ ਪੁੱਛਿਆ, ਪਿਤਾ ਜੀ ਕਿਉਂ? ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅਜੀਤ ਸਿਆਂ, ਜਿੰਨੇ ਵੱਧ ਤੀਰ ਤੇਰੀ ਛਾਤੀ ਵਿੱਚ ਵੱਜਣਗੇ, ਚੇਤੇ ਰੱਖੀ ਸਿੱਖੀ ਦਾ ਨਿਸ਼ਾਨ ਓਨੇ ਫੁੱਟ ਉੱਚਾ ਆਕਾਸ਼ ਵਿੱਚ ਝੁਲਦਾ ਰਹੇਗਾ। ਖਾਲਸਾ ਜੀ ਇਹ ਬਚਨ ਕੀਤੇ ਤੇ ਜਦੋਂ 4 ਲਖਤੇ ਜਿਗਰ ਸ਼ਹੀਦ ਹੋ ਗਏ, ਸਤਿਗੁਰੂ ਨੂੰ ਪੁੱਛਿਆ ਭਾਈ ਦਇਆ ਸਿੰਘ ਨੇ ਕਿ ਮਹਾਰਾਜ 4 ਲਖਤੇ ਜਿਗਰ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਉਹ ਸ਼ਹੀਦ ਹੋ ਗਏ, ਪੰਥ ਵਾਸਤੇ ਕੁਰਬਾਨ ਹੋ ਗਏ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਦਇਆ ਸਿੰਘਾ ਕਿਤੇ ਗਏ ਨਹੀਂ, ਚੇਤੇ ਰੱਖੀ ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ ਪ੍ਰੀਏ, ਪੰਚਮ ਖਾਲਸੇ ਸਤਿਗੁਰ ਪੂਰਾ, ਜਿਨ ਇਹ ਪੰਥ ਸੁਪੰਥ ਪ੍ਰਗਟੇ, ਉਹ ਕਿਤੇ ਨਹੀਂ ਗਏ। ਇਨ੍ਹਾਂ ਦੇ ਤਨ ਦਾ ਲਹੂ, ਸਰੀਰ ਦਾ ਲਹੂ ਅੱਜ ਧਰਤੀ ਤੇ ਡੁੱਲਿਆ। ਇਹ ਲਹੂ ਹਵਾ ਬਣ ਕੇ ਆਕਾਸ਼ ਵਿੱਚ ਫੈਲੇਗਾ ਤੇ ਜਦੋਂ ਆਕਾਸ਼ ਵਿੱਚ ਫੈਲੇਗਾ, ਜਿੰਨੂੰ ਵੀ ਸਹਿਬਜ਼ਾਦਿਆਂ ਦੇ ਲਹੂ ਦੀ ਹਵਾ ਛੂ ਜਾਵੇਗੀ, ਗਾਤਰੇ ਵਿੱਚ ਤੇਗ ਪਾ ਕੇ ਖਾਲਸਾ ਸੱਜ ਜਾਵੇਗਾ। ਤੇ ਦਇਆ ਸਿੰਘਾ, ਮੈਂ ਸਦਾ ਤਖਤ ਤੇ ਬੈਠ ਕੇ, ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰਨ ਆਉਂਦੇ ਆ, ਚੇਤੇ ਰੱਖਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਅੱਜ ਵੀ ਤਖਤ ਤੇ ਬੈਠ ਕੇ ਆਪਣੇ ਦਰ ਆਈ ਸੰਗਤ ਦੇ ਚਿਹਰਿਆਂ ਵਿੱਚੋਂ ਬਾਬਾ ਅਜੀਤ ਸਿੰਘ ਨੂੰ ਵੇਖਣਾ ਚਾਹੁੰਦੇ ਨੇ, ਬਾਬਾ ਜੁਝਾਰ ਸਿੰਘ ਨੂੰ ਵੇਖਣਾ ਚਾਹੁੰਦੇ ਨੇ। ਮਹਾਰਾਜ ਦੀ ਆਸ ਹੈ ਕਿ ਜਿਹੜੇ ਮੇਰੇ ਹਜ਼ੂਰੀ ਵਿੱਚ ਆਉਣ, ਉਹਨਾਂ ਦਾ ਚਿਹਰਾ ਬਾਬਾ ਅਜੀਤ ਸਿੰਘ ਦੇ ਨਾਲ ਮਿਲਦਾ ਹੋਣਾ ਚਾਹੀਦਾ। ਸੋ ਖਾਲਸਾ ਜੀ ਪ੍ਰਣ ਕਰੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਨੇ ਪਾਤਸ਼ਾਹੀਆਂ ਦਿੱਤੀਆਂ, ਸਿੱਖੀ ਦਿੱਤੀ ਹੈ, ਸਿੱਖੀ ਵਿੱਚ ਪ੍ਰਪੱਕ ਹੋਈਏ, ਕਾਰ ਵਿਹਾਰ ਜਿਹੜੇ ਮਰਜ਼ੀ ਕਰੀਏ, ਪਰਿਵਾਰਾਂ ਵਿੱਚ ਰਹੀਏ, ਪਰਿਵਾਰ ਪਾਲੀਏ, ਪਰ ਚੇਤੇ ਰੱਖਿਓ ਜਿਸ ਧੰਨ ਗੁਰੂ ਗੋਬਿੰਦ ਸਿੰਘ ਦੀ ਖਾਤਰ ਪਰਿਵਾਰ ਮਿਲੇ ਨੇ, ਜਿਨ੍ਹਾਂ ਸਾਹਿਬਜ਼ਾਦਿਆਂ ਦੀ ਖਾਤਰ ਇਨ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਮਾਣ ਨਾਲ ਵਿਚਰ ਰਿਹਾ, ਮਾਣ ਨਾਲ ਕਹਿੰਦੇ ਅਸੀਂ ਸਿੱਖ ਹਾਂ, ਉਹਨਾਂ ਦੀ ਦਿੱਤੀ ਹੋਈ ਸਿੱਖੀ ਤੋਂ ਕਦੇ ਦੂਰ ਨਹੀਂ ਹੋਣਾ ਚਾਹੀਦਾ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਕਲਗੀਆਂ ਵਾਲੇ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣੇ 4 ਲਖਤੇ ਜਿਗਰਾਂ ਦੇ ਟੋਟੇ ਟੋਟੇ ਕਰਵਾ ਦਿੱਤੇ, ਪਰ ਪੰਥ ਨੂੰ ਮਾਣ ਬਖਸ਼ਿਆ। ਸੋ ਧੰਨ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਮਹਾਰਾਜ ਅੱਗੇ ਅਰਦਾਸ ਕਰਨੀ, ਜੋ ਸੁਣਿਆ ਜੋ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰੀਏ, ਫਿਰ ਫਤਿਹ ਦੀ ਸਾਂਝ ਪਾਵਾਂਗੇ। ਖਾਲਸਾ ਜੀ, ਜੋ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਆਪ ਸੰਗਤ ਨੂੰ ਪਤਾ ਹੈ, ਮੰਡੇ ਤੋਂ ਸੈਚਰਡੇ ਰੋਜ਼ਾਨਾ 6:15 ਵਜੇ ਤੋਂ ਆਰੰਭ ਹੁੰਦੀ ਹੈ। ਬੇਨਤੀ ਹੈ ਜਿਹੜੇ ਵੀ ਸੱਜਣ ਹਾਜ਼ਰੀ ਭਰ ਸਕਦੇ ਨੇ, ਜਰੂਰ ਆਪਣੇ ਬੱਚਿਆਂ ਦੇ ਨਾਲ ਹਾਜ਼ਰੀ ਭਰੋ। ਜਿਹੜੇ ਘਰਾਂ ਵਿੱਚ ਬੈਠ ਕੇ ਸਰਵਣ ਕਰਦੇ ਨੇ, ਆਪਣੇ ਬੱਚਿਆਂ ਨਾਲ ਬੈਠ ਕੇ ਇਤਿਹਾਸ ਸਰਵਣ ਕਰੋ, ਕਿਉਂਕਿ ਉਹਨਾਂ ਦਾ ਇਤਿਹਾਸ ਹੋਣਾ ਹੈ ਜਿਨ੍ਹਾਂ ਸਿੱਖੀ ਵਾਸਤੇ ਬੰਦ ਕਟਵਾਇਆ। ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਪਤਾ ਹੋਵੇਗਾ, ਬੱਚੇ ਸਿੱਖੀ ਤੋਂ ਦੂਰ ਨਹੀਂ ਹੋਣਗੇ। ਸੋ ਆਓ ਸਾਰੇ ਹੀ ਪਿਆਰ ਸਹਿਤ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹੇ ਚੁੱਤ, ਹੇ ਪਾਰ ਬ੍ਰਹਮ,
अविनाशी अगनास। हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोविंद हे गुण निदान, जाकै सदा विवेक। हे अपरंपर हर हरे, है पी होवनहार। हे संत के सदा संग, निधारा आधार। हे ठाकुर हों दासरो, मैं निर्गुण गुण नहीं कोय। नानक दीजै नाम दान, राखो हिय परोए। आए प्रभ शरणागति, कृपा निध दयाल। एक अखर हर मन बसत, नानक होत निहाल। कथा निता प्रत होत है, सुनो सुसिंग सुजान। नानक गुरु गोबिंद सिंह जी, सदा करें कल्याण। नानक गुरु गोबिंद सिंह जी, सदा करें कल्याण। वाहिगुरु जी का खालसा, वाहिगुरु जी की फतेह। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਬਹੁਤ ਹੀ ਪ੍ਰੇਮ ਪਿਆਰ ਸ਼ਰਧਾ ਭਾਵਨਾ ਨਾਲ ਸਰਵਣ ਕਰਵਾ ਰਹੇ ਸੰਸਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ, ਮੁੱਖ ਪ੍ਰਚਾਰਕ ਬੁੱਢਾ ਦਲ